ਜ਼ਬੂਰ ਹੈ, ਜ਼ਬੂਰ 91 ਬੜਾ ਮਸ਼ਹੂਰ ਜ਼ਬੂਰ ਹੈ, ਜਿਹੜੀ ਅਸੀਂ ਅੱਜ ਦੇ ਤਨਾਜ਼ਰ 'ਚ ਗੱਲ ਕਰ ਰਹੇ ਹਾਂ ਕਿ ਚਰਚ ਵੀ ਜਾ ਰਹੇ ਨੇ ਲੋਕ, ਕਲਾਮ ਨੂੰ ਪੜ੍ਹ ਵੀ ਰਹੇ ਨੇ, ਗੀਤ ਵੀ ਗਾਉਂਦੇ ਨੇ, ਪ੍ਰਸਤਿਸ਼ ਕਰਦੇ ਨੇ, ਸਤਾਇਸ਼ ਕਰਦੇ ਨੇ, ਜਿਹੜੀ ਇੱਕ ਸਪਿਰਚੁਅਲ ਐਕਟੀਵਿਟੀ ਹੈ ਉਹਨੂੰ ਸਰੰਜਾਮ ਦਿੰਦੇ ਨੇ, ਲੇਕਿਨ ਉਹਨਾਂ ਦੀ ਜ਼ਿੰਦਗੀ 'ਚ ਤਬਦੀਲੀ ਕੋਈ ਨਹੀਂ। ਔਰ ਉਸ ਤਬਦੀਲੀ ਦੇ ਹਵਾਲੇ ਨਾਲ ਇਸ ਜ਼ਬੂਰ ਦੇ ਵਿੱਚ ਉਹਦੀ 14ਵੀਂ ਆਇਤ 'ਚ ਲਿਖਿਆ, ਕਿਉਂਕਿ ਉਸਨੇ ਮੁਝਸੇ ਦਿਲ ਲਗਾਇਆ ਹੈ इसलिए मैं उसे छुड़ाऊंगा। आगे देखो किन्नियां गल्लां ने, मैं उसे सरफराज करूंगा क्योंकि उसने मेरा नाम पहचाना है, वो मुझे पुकारेगा और मैं उसे जवाब दूंगा, मैं मुसीबत में उसके साथ रहूंगा, मैं उसे छुड़ाऊंगा और इज्जत बख्शूंगा, मैं उसे उम्र की दराजी से आसूदा करूंगा और अपनी निजात उसे दिखाऊंगा। आमीन। क्योंकि उसने मुझसे दिल लगाया है, बस इन्नी दी गल है। दिल नहीं लोकां दा लगदा खुदा दे नाल। जदों दुआ तुहाडे लई बोझ है, नौजवान ਜਿਹੜੇ ਨੇ ਨੌਜਵਾਨ ਬੱਚੇ ਜਿਹੜੇ ਪੜ੍ਹ ਲਿਖ ਸਕਦੇ ਨੇ ਉਹ ਖੁਦਾ ਦੇ ਕਲਾਮ ਤੋਂ ਦੂਰ ਨੇ। ਮੈਂ ਬੇਸ਼ੁਮਾਰ ਲੋਕਾਂ ਨੂੰ WhatsApp ਤੇ ਮੇਰੇ ਨਾਲ ਐਡ ਹੋ ਜਾਂਦੇ ਨੇ ਆਪੇ ਹੀ, ਮਤਲਬ ਮੈਂ ਸਵੇਰ ਉੱਠਣਾ ਤੇ 4-5 ਨਵੇਂ ਬੰਦੇ ਐਡ ਹੋਏ ਹੁੰਦੇ ਨੇ, ਹੈਲੋ ਭਾਈ ਸਾਹਿਬ, ਸਲਾਮ ਭਾਈ ਸਾਹਿਬ, ਮਤਲਬ ਉਹ ਕਹਿੰਦੇ ਨੇ ਜੀ ਅਸੀਂ ਤੁਹਾਡੇ ਕਲਾਮ ਸੁਣ ਰਹੇ ਹਾਂ। ਤੁਸੀਂ ਉਹਨਾਂ ਦੇ ਸਟੇਟਸ ਦੇਖੋ, ਉਹਨਾਂ ਦੇ ਸਟੇਟਸ ਤੇ ਗਾਣੇ ਲੱਗੇ ਨੇ, ਐਕਟਰਾਂ ਦੇ ਡਾਇਲੌਗ ਬੋਲ ਰਹੇ ਨੇ, ਇੰਜ ਜਨਾਬ ਅਦਾਕਾਰ ਬਣੇ ਹੋਏ ਨੇ। ਦੱਸੋ ਕੀ ਰਹੇ ਨੇ, ਕਾਰੋ ਕੀ ਰਹੇ ਨੇ, ਤਜ਼ਾਦ ਹੈ ਉਹਨਾਂ ਦੀ ਲਾਈਫ 'ਚ। ਕੋਲੋਫਿਲ 'ਚ ਜਿਹਨੂੰ ਕਹਿੰਦੇ ਨੇ ਤਜ਼ਾਦ ਹੋਣਾ, ਕਹਿਣਾ ਕੁਝ ਤੇ ਕਰਨਾ ਕੁਝ। ਖੁਦਾ ਇਹ ਕਹਿ ਰਿਹਾ ਕਿ ਵੀ ਜਦ ਤੂੰ ਮੇਰੇ ਨਾਲ ਦਿਲ ਲਾ ਲੇਗਾ ਨਾ ਫਿਰ ਅੱਗੇ ਸਾਰੇ ਕੰਮ ਹੋਣੇ ਨੇ, ਕਿਉਂਕਿ ਤੂੰ ਮੇਰੇ ਲੜ ਜੋ ਲੱਗ ਗਿਆ। ਜਦੋਂ ਅਸੀਂ ਖੁਦਾ ਦੇ ਨਾਲ ਆਪਣਾ ਤਾਲੁਕ ਬਣਾ ਲਿਆ, ਆਪਣਾ ਆਪ ਖੁਦਾ ਨੂੰ ਦੇ ਦਿੱਤਾ, ਤੇ ਫਿਰ ਅਸੀਂ ਖੁਦਾ ਦੀ ਜ਼ਿੰਮੇਦਾਰੀ ਬਣ ਜਾਂਦੇ ਹਾਂ। ਸਾਡੀ ਕ੍ਰਿਸਚਨ ਕਮਿਊਨਿਟੀ 'ਚ ਬੇਸ਼ੁਮਾਰ ਐਸੇ ਲੋਕ ਨੇ ਜਿਹੜੇ ਖੁਦਾ ਨੂੰ ਆਪਣਾ ਆਪ ਜਿਨ੍ਹਾਂ ਨੇ ਨਹੀਂ ਦਿੱਤਾ। ਇਸ ਲਈ ਖੁਦਾ ਕਿਵੇਂ ਔਨ ਕਰੇ ਉਹਨਾਂ ਨੂੰ? ਠੀਕ ਹੈ ਨਾ। ਦੋ ਕਿਸਮ ਦੀ ਰਹਿਮਤ ਹੈ ਖੁਦਾ ਦੀ ਸਰ, ਦੋ ਕਿਸਮ ਦਾ ਫਜ਼ਲ ਹੈ ਖੁਦਾ ਦਾ। ਇੱਕ ਆਮ ਫਜ਼ਲ ਹੈ ਜਿਹਦੇ ਤਾਲੁਕ ਨਾਲ ਲਿਖਿਆ ਹੋਇਆ ਕਿ ਉਹ ਆਪਣਾ ਸੂਰਜ ਨੇਕਾਂ ਬਦਾਂ ਦੋਵਾਂ ਦੇ ਚਮਕਾਉਂਦਾ। ਬਾਰਿਸ਼ ਹੋ ਰਹੀ ਹੈ ਸਭ ਤੇ ਹੀ ਹੋ ਰਹੀ ਹੈ, ਸਰਦੀ ਹੈ ਸਭ ਲਈ ਸਰਦੀ, ਗਰਮੀ ਹੈ ਸਭ ਲਈ ਗਰਮੀ ਹੈ, ਅੰਬ ਆਏ ਨੇ ਸਭ ਲਈ ਅੰਬ ਆਏ ਨੇ, ਠੀਕ ਹੈ ਨਾ, ਖਰੀਦੋ ਤੇ ਖਾਓ। ਫਲ ਪੈਦਾ ਕਰ ਰਿਹਾ ਖੁਦਾ ਸਭ ਲਈ ਕਰ ਰਿਹਾ। ਇਹ ਹੋ ਗਿਆ ਆਮ ਫਜ਼ਲ, ਖੁਦਾ ਦੀ ਇੱਕ ਆਮ ਰਹਿਮਤ ਜਿਹੜੀ ਉਹਨੇ ਤਮਾਮ ਬਣੀ ਨੂੰ ਇਨਸਾਨ ਤੇ ਕੀਤੀ। ਲੇਕਿਨ ਇੱਕ ਖਾਸ, ਉਹ ਖਾਸ ਰਹਿਮਤ 'ਚ ਐਂਟਰੀ ਕਿਹਦੀ ਹੁੰਦੀ ਹੈ? ਜਿਹੜਾ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਦਾ। ਠੀਕ ਹੈ ਜੀ, ਜਿਹੜੇ ਯਿਸੂ ਮਸੀਹ ਦੇ ਖੂਨ ਨਾਲ ਧੁਲੇ ਹੋਏ ਨੇ ਉਹਨਾਂ ਦੇ ਨਾਲ ਖੁਦਾ ਦਾ ਵਰਤਾਓ ਕੁਝ ਫਰਕ ਹੈ। ਤੇ ਦਿਲ ਲਾਉਣ ਦਾ ਮਕਸਦ ਇਹੋ ਹੀ ਹੈ, ਆਪਣੀ ਜ਼ਿੰਦਗੀ ਖੁਦਾ ਨੂੰ ਦੇਣਾ ਔਰ ਖੁਦਾ ਨੂੰ ਕਹਿਣਾ ਕਿ ਖੁਦਾਵੰਦ ਮੇਰੇ ਲਈ ਜੋ ਬੈਸਟ ਹੈ ਉਹ ਤੂੰ ਹੀ ਕਰਨਾ, ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਤੇਰੀ ਰਹਿਨੁਮਾਈ 'ਚ ਕਰਾਂਗਾ ਜਾਂ ਕਰਾਂਗੀ। ਖੁਦਾ ਦੇ ਨਾਲ ਦਿਲ ਲਾਉਣ ਦਾ ਮਕਸਦ ਇਹ ਹੈ ਕਿ ਮੇਰੇ ਲਈ ਜੋ ਕੁਝ ਵੀ ਖੁਦਾ ਕਰੇਗਾ ਨਾ ਉਹ ਬੈਸਟ ਹੈ। ਕਈ ਵਾਰੀ ਸਾਡੀ ਜੌਬ ਛੁੱਟ ਜਾਂਦੀ, ਅਸੀਂ ਕਹਿੰਦੇ ਆ ਕੀ ਹੋਇਆ ਵੀ ਮੇਰੇ ਨਾਲ ਤਾਂ ਹੋਣਾ ਹੀ ਨਹੀਂ ਸੀ ਚਾਹੀਦਾ। ਲੇਕਿਨ ਅਗਰ ਅਸੀਂ ਖੁਦਾਵੰਦ ਦੇ ਨਾਲ ਆਂ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਕਿ ਖੁਦਾਵੰਦ ਅਗਰ ਮੇਰੀ ਜੌਬ ਛੁੱਟ ਗਈ ਤੇਰੇ ਕੋਲ ਮੇਰੇ ਲਈ ਇਹਦੇ ਨਾਲ ਬਿਹਤਰ ਪਲਾਨ ਹੈਗਾ। ਠੀਕ ਹੈ ਨਾ। ਤੇ ਜਿਹੜਾ ਸ਼ਖਸ ਖੁਦਾ ਨਾਲ ਦਿਲ ਲਾ ਬੈਠਾ ਹੈ ਉਹ ਹਰ ਹਾਲ 'ਚ ਕਾਇਮ ਰਹਿੰਦਾ, ਉਹਦੇ ਦਿਲ ਨੂੰ ਜੁੰਬਸ਼ ਨਹੀਂ ਹੁੰਦੀ। ਖਤਰਨਾਕ ਖਬਰਾਂ ਆਉਂਦੀਆਂ, ਹੁਣ ਮਤਲਬ ਕਰੋਨਾ ਵਾਇਰਸ ਹੈ, ਠੀਕ ਹੈ, ਕਰੋਨਾ ਵਾਇਰਸ ਆ ਗਿਆ, ਲੇਕਿਨ ਇਹਦੀ ਬੈਕਗਰਾਉਂਡ ਇਹੋ ਹੀ ਹੈ ਕਿ ਖੁਦਾ ਆਪਣੇ ਲੋਕਾਂ ਨੂੰ ਕਾਲ ਕਰ ਰਿਹਾ, ਦੁਨੀਆ ਨੂੰ ਇੱਕ ਦਫਾ ਸ਼ੇਕ ਕਰ ਰਿਹਾ, ਹਿਲਾ ਰਿਹਾ ਕਿ ਤੁਸੀਂ ਗਲਤ ਡਾਇਰੈਕਸ਼ਨ 'ਚ ਜਾ ਰਹੇ ਹੋ, ਤੁਸੀਂ ਮੇਰੇ ਵੱਲ ਆਓ। ਲੇਕਿਨ ਅਫਸੋਸਨਾਕ ਹਾਲਤ ਹੈ ਕਿ ਲੋਕ ਖੁਦਾ ਤੋਂ ਡਰਨ ਦੀ ਬਜਾਏ ਕਰੋਨਾ ਤੋਂ ਬਹੁਤ ਡਰਨ ਡਏ ਨੇ। ਕਰੋਨਾ ਦਾ ਖੌਫ ਜ਼ਿਆਦਾ ਹੈ, ਖੁਦਾ ਦਾ ਸਾਡੇ ਅੰਦਰ ਖੌਫ ਹੀ ਕੋਈ ਨਹੀਂ। ਤੇ ਫਿਰ ਸਾਡੇ ਤੇ ਇਹੋ ਜਿਹੇ ਮਾਮਲਾਤ ਤੇ ਰਹਿਣੇ ਨੇ। ਜ਼ਬੂਰ ਨਵੀਸ ਕਹਿੰਦਾ ਕਿ ਵੀ ਅਗਰ ਤੂੰ ਦਿਲ ਲਾ ਲੇਗਾ ਖੁਦਾ ਦੇ ਨਾਲ ਤੇ ਖੁਦਾ ਖੁਦ ਕਹਿ ਰਿਹਾ ਮੈਂ ਤੈਨੂੰ ਸਰਫਰਾਜ਼ ਵੀ ਕਰਾਂਗਾ, ਤੂੰ ਮੈਨੂੰ ਪੁਕਾਰੇਗਾ ਮੈਂ ਤੈਨੂੰ ਜਵਾਬ ਵੀ ਦਾਂਗਾ। ਠੀਕ ਹੈ ਨਾ। ਇਸਤਕਾਕ ਦੇਖੋ ਕੀ ਦੇ ਰਿਹਾ ਖੁਦਾ ਸਾਨੂੰ, ਕੀ ਲੈਵਲ ਦੇਣਾ ਚਾਹ ਰਿਹਾ ਖੁਦਾ ਸਾਨੂੰ, ਕੀ ਮਿਆਰ ਦੇਣਾ ਚਾਹ ਰਿਹਾ। ਮੈਨੂੰ ਤੂੰ ਪੁਕਾਰੇਗਾ ਮੈਂ ਤੈਨੂੰ ਜਵਾਬ ਵੀ ਦਾਂਗਾ, ਮੈਂ ਤੈਨੂੰ ਸਰਫਰਾਜ਼ ਵੀ ਕਰਾਂਗਾ, ਮੈਂ ਮੁਸੀਬਤ 'ਚ ਤੇਰੇ ਨਾਲ ਰਵਾਂਗਾ। ਠੀਕ ਹੈ ਜੀ। ਤੇ ਜਿਹੜੇ ਤੇ ਲਾ ਬੈਠੇ ਨੇ ਆਪਣਾ ਦਿਲ ਖੁਦਾਵੰਦ ਨਾਲ, ਭਾਵੇਂ ਕਰੋਨਾ ਦੀ ਗੜ੍ਹ 'ਚ ਬੈਠੇ ਹੋਣ, ਚਾਈਨਾ 'ਚ, ਇਟਲੀ 'ਚ ਇਸ ਟਾਈਮ ਬਹੁਤ ਜ਼ਿਆਦਾ ਇਹਦੇ ਕੇਸਿਸ ਨੇ। ਇਟਲੀ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੀ ਵਜ੍ਹਾ ਤੋਂ, ਉੱਥੇ ਬਹੁਤ ਵਿਕਟਮਸ। ਉਹਨਾਂ ਦੀ ਇਕਨੋਮੀ ਪਹਿਲੇ ਬੜੀ ਵੀਕ ਸੀ, ਹੁਣ ਉਹ ਕ੍ਰੈਸ਼ ਕਰ ਗਈ ਇਟਲੀ ਦੀ। ਔਰ ਜਿੱਥੇ ਜਿੱਥੇ ਆ ਜਾ ਰਿਹਾ, ਜ਼ਾਹਰ ਜੀ ਗੱਲ ਹੈ, ਤੁਸੀਂ ਦੇਖੋ PSL ਲੋਕਾਂ ਦੀਆਂ ਟਿਕਟਾਂ ਸਨ, ਜ਼ਾਹਰ ਜੀ ਗੱਲ ਹੈ ਜਿੱਥੋਂ ਉਹਨਾਂ ਟਿਕਟਾਂ ਲਈਆਂ ਸਨ ਉਹਨਾਂ ਦੇ ਪੈਸੇ ਵਾਪਸ ਦੇਣਗੇ ਉਹਨਾਂ। ਪਲੇਅਰ ਕਈ ਵਾਪਸ ਚਲੇ ਗਏ, ਸਕੂਲ ਬੰਦ ਹੋ ਗਏ, ਮਤਲਬ ਇੱਕ ਮਾਮੂਲਾਤ ਜ਼ਿੰਦਗੀ ਜਿਹੜੀ ਹੈ ਨਾ ਉਹ ਰੁਕ ਗਈ। ਲੇਕਿਨ ਖੁਦਾ ਨੂੰ ਕਹਿ ਰਿਹਾ ਕਿ ਵੀ ਜੇ ਤੂੰ ਮੇਰੇ ਨਾਲ ਦਿਲ ਲਾਇਆ ਤੇ ਮੈਂ ਮੁਸੀਬਤ 'ਚ ਤੇਰੇ ਨਾਲ ਰਵਾਂਗਾ। ਅਗਰ ਖੁਦਾ ਸਾਡੇ ਨਾਲ ਹੈ ਫਿਰ ਸਾਡੇ ਦਿਲ ਨੂੰ ਤੇ ਜੁੰਬਸ਼ ਨਹੀਂ ਹੈ, ਸਾਨੂੰ ਦਲੇਰੀ ਹੈ ਕਿ ਵੀ ਜਿਹੜਾ ਖੁਦਾ ਸਾਨੂੰ ਹਰ ਕਿਸਮ ਦੀ ਆਫਤ 'ਚੋਂ ਬਚਾ ਸਕਦਾ ਉਹ ਤੇ ਸਾਡੇ ਨਾਲ ਹੈ, ਸਾਡੇ ਨਾਲ ਟੁਰਨ ਡਿਆ। ਮੈਂ ਉਸੇ ਛੁਡਾਊਂਗਾ, ਮੁਸੀਬਤ 'ਚ ਨਾਲ ਵੀ ਰਹੇਗਾ, ਮੁਸੀਬਤ 'ਚੋਂ ਛੁਡਾਏਗਾ ਵੀ ਤੇ ਇੱਜ਼ਤ ਵੀ ਬਖਸ਼ੇਗਾ। ਜ਼ਬੂਰ ਵਿੱਚ ਅਸੀਂ ਗਾਣੇ ਨਾ ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖੁਦਾ। ਫਿਰ ਅੱਗੇ ਲਿਖਿਆ ਜੀ ਮੈਂ ਉਸੇ ਉਮਰ ਕੀ ਦਰਾਜ਼ੀ ਸੇ ਆਸੂਦਾ ਕਰੂੰ। ਇਹ ਬੜੀ ਖੂਬਸੂਰਤ ਗੱਲ ਹੈ, ਅਸੀਂ ਆਪਣਾ ਦਿਲ ਖੁਦਾ ਨਾਲ ਲਾਈਏ, ਬੇਸ਼ੱਕ 50-50 ਨਾ ਹੋਈ। ਮੇਰੀ ਇੰਨੇ ਸਾਲਾਂ ਦੀ ਖਿਦਮਤ ਦੇ ਵਿੱਚ ਜਿਹੜੀ ਪ੍ਰੈਕਟਿਸ ਰਹੀ ਹੈ, ਮੈਂ ਲੋਕਾਂ ਨੂੰ 50-50 ਹੀ ਦੇਖਿਆ। ਉਹਨਾਂ ਦੀ ਜ਼ਿੰਦਗੀ ਦੇ ਦੋ ਧੜੇ, ਇੱਕ ਖੁਦਾ ਦੇ ਨਾਲ ਔਰ ਇੱਕ ਦੁਨੀਆਦਾਰੀ ਦਾ ਹਿੱਸਾ।
ਦੁਨੀਆਦਾਰੀ 'ਚੋਂ ਜ਼ਿਆਦਾ ਵਕਤ ਗੁਜ਼ਾਰਦੇ ਨੇ, ਖੁਦਾ ਦੇ ਨਾਲ ਉਹਨਾਂ ਦਾ ਵਕਤ ਨਹੀਂ ਗੁਜ਼ਰਦਾ। ਖੁਦਾ ਦੇ ਕਲਾਮ ਨੂੰ ਸਿੱਖਣ ਲਈ ਕੋਈ ਜੁਸਤਜੂ ਨਹੀਂ, ਕੋਈ ਤੜਪ ਨਹੀਂ। ਪੜ੍ਹੇ ਲਿਖੇ ਬੱਚਿਆਂ ਦਾ ਹਾਲ ਹੈ, ਬੱਚੀ ਨੇ ਕੋਈ ਫਰੋਕ ਲੱਭਣੀ ਹੋਏ ਤੜ ਗੂਗਲ ਨਿਊ ਫਰੋਕਸ, ਹੁਣ ਤੇ ਲਿਖਣਾ ਵੀ ਨਹੀਂ ਪੈਂਦਾ ਸਰ, ਵੌਇਸ ਸਰਚ ਆ ਗਈ, ਫਰੋਕ ਡਿਜ਼ਾਈਨ ਤੜ ਉਹਨੇ ਫਰੋਕ ਦੀਆਂ ਡਿਜ਼ਾਈਨ ਖੋਲ ਦੇਣਾ। ਆਈ ਮੇਕਅਪ, ਚਲੋ ਜੀ ਆਈ ਮੇਕਅਪ ਆ ਗਿਆ, ਹੈ ਨਾ ਜੀ, ਸਾਰੀਆਂ ਚੀਜ਼ਾਂ ਆ ਰਹੀਆਂ। ਬਾਈਬਲ ਦੇ ਹਵਾਲੇ ਨਾਲ ਅਸੀਂ ਕੋਈ ਨਹੀਂ ਸਰਚ ਕਰਦੇ, ਉਦੋਂ ਅਸੀਂ ਪਾਦਰੀ ਨੂੰ ਫੋਨ ਕਰਨੇ ਕਿ ਪਾਦਰੀ ਸਾਹਿਬ ਇਹ ਆਇਤ ਕਿੱਥੇ ਲਿਖੀ ਹੋਈ, ਕਿਉਂ ਜੀ, ਉਦੋਂ ਸਾਡੀ ਅਕਲ ਬੰਦ ਹੋ ਜਾਂਦੀ ਹੈ। ਰੀਜ਼ਨ ਕੀ ਹੈ ਕਿ ਅਸੀਂ ਖੁਦਾ ਨੂੰ ਟਾਈਮ ਤੇ ਦਿੰਦੇ ਹੀ ਨਹੀਂ, ਤੇ ਅਸੀਂ ਫਾਰਮੂਲਾ ਲੱਭਨੇ ਆ ਕਿ ਯਾਰ ਅਸੀਂ ਕਿਉਂ ਇੰਨਾ ਬੌਦਰ ਕਰੀਏ, ਫੋਨ ਕਰਨੇ ਆ ਪਾਦਰੀ ਦਾ ਗੱਲ ਬਿਪਤਾ ਪਾ ਦਿੰਦੇ, ਤੂੰ ਲੱਭਦਾ ਰਹਿ। ਕਈ ਚੀਜ਼ਾਂ ਦਾ ਮੈਨੂੰ ਵੀ ਨਹੀਂ ਪਤਾ ਹੁੰਦਾ, ਮੈਂ ਫਿਰ ਕਿਤਾਬਾਂ ਫਰੋਲਣਾ ਆਪਣੇ ਘਰ 'ਚ, ਲੇਕਿਨ ਉਹ ਖੁਦ ਨਹੀਂ ਬੌਦਰ ਕਰਦੇ ਇਸ ਚੀਜ਼ ਨੂੰ। ਇੱਥੋਂ ਜ਼ਾਹਿਰ ਹੁੰਦਾ ਹੈ ਕਿ ਸਾਡੇ ਰਵੱਈਏ ਗੈਰ ਸੰਜੀਦਾ ਨੇ, ਅਸੀਂ ਦਿਖਾਵੇ ਦੇ ਮਸੀਹੀ ਹਾਂ। ਇੱਕ ਬੱਚੀ ਜਿਹੜੇ ਮਹਿੰਗੇ ਫਲੀਟ ਲੈ ਰਹੀ ਹੈ, ਮਹਿੰਗੇ ਕੱਪੜੇ ਲੈ ਰਹੀ ਹੈ, ਉਹ ਕਦੀ ਕਿਤਾਬ ਨਹੀਂ ਖਰੀਦੇਗੀ ਬਾਈਬਲ ਨੂੰ ਅੰਡਰਸਟੈਂਡ ਕਰਨ ਦੇ ਹਵਾਲੇ ਨਾਲ। ਨੌਜਵਾਨ ਜਿਹੜਾ 500 ਰੁਪਇਆ ਦੇ ਕੇ ਵਾਲ ਘਟਾ ਰਿਹਾ, ਸਾਡੇ ਇੱਥੇ ਐਸੇ ਵੀ ਬੱਚੇ ਨੇ, ਉਹ ਜਨਾਬ ਵਾਲ ਖੜੇ ਕਰਦੇ ਨੇ, ਉਹਨੂੰ ਕਲਰ ਕਰਾਉਂਦੇ ਨੇ, ਅਜੀਬੋ-ਗਰੀਬ ਡਿਜ਼ਾਈਨ ਬਣਾਉਂਦੇ ਨੇ, ਉਹ 500 600 ਰੁਪਇਆ ਸੈਲੂਨ ਤੇ ਦੇ ਜਾਂਦੇ ਨੇ, ਲੇਕਿਨ ਉਹ ਬੱਚਾ ਕਦੀ ਵੀ ਕਿਤਾਬ ਨਹੀਂ ਖਰੀਦੇਗਾ ਕਿ ਮੈਂ 30 ਰੁਪਏ ਦੀ 35 ਰੁਪਏ ਦੀ ਕੋਈ ਬਾਇਓਗ੍ਰਾਫੀ ਲੈ ਲਾਂ ਕਿਸੇ ਖਾਦਮ ਦੀ, ਮੈਂ ਪੜ੍ਹਾਂ ਕਿ ਖੁਦਾ ਨੇ ਉਹਦੀ ਜ਼ਿੰਦਗੀ 'ਚ ਕੀ ਕੀ ਕੰਮ ਕੀਤਾ। ਗੱਲ ਦਿਲ ਨਾਲ ਆਉਂਦਾ, ਜਦੋਂ ਅਸੀਂ ਦਿਲ ਲਾ ਲੈਂਦੇ ਹਾਂ ਨਾ ਖੁਦਾ ਨਾਲ, ਫਿਰ ਸਾਡੀ ਜ਼ਿੰਦਗੀ ਟਰਾਂਸਫਾਰਮ ਹੋ ਜਾਂਦੀ, ਸਾਡੀ ਜ਼ਿੰਦਗੀ ਬਦਲ ਜਾਂਦੀ। ਅੱਜ ਜਿਹੜੇ ਸਾਡੇ ਆਸੇ-ਪਾਸੇ ਸਾਨੂੰ ਲੋਕ ਨਜ਼ਰ ਆਉਂਦੇ ਨੇ ਚਰਚਾਂ 'ਚ ਬੈਠੇ ਹੋਏ, ਉਹਨਾਂ ਦਾ ਧਿਆਨ ਚਰਚ ਵਿੱਚ ਆ ਕੇ ਵੀ ਚਰਚ ਵਿੱਚ ਨਹੀਂ ਹੈਗਾ, ਉਹਨਾਂ ਦਾ ਧਿਆਨ ਖੁਦਾ ਵੱਲ ਨਹੀਂ ਹੈ। ਉਹ ਬਾਰ-ਬਾਰ ਟਾਈਮ ਵੇਖ ਰਹੇ ਨੇ, ਕੋਈ ਬਾਰ-ਬਾਰ ਮੋਬਾਈਲ ਕੱਢ ਕੇ ਵੇਖ ਰਿਹਾ, ਮਤਲਬ ਉਹਨੇ ਮੋਬਾਈਲ ਆਫ ਨਹੀਂ ਕੀਤਾ, ਉਹਨੇ ਮੋਬਾਈਲ ਲਾਇਆ ਵਾਈਬ੍ਰੇਸ਼ਨ ਤੇ, ਹੁਣ ਮੈਸੇਜ ਆ ਰਹੇ ਕੜੋਂ ਕੱਢ ਕੇ, ਮਤਲਬ ਉਹ ਕਲਾਮ ਸੁਣਾ ਰਿਹਾ ਪਾਦਰੀ, ਉਹਦਾ ਧਿਆਨ ਕਲਾਮ ਵੱਲ ਆਈ, ਉਹਦਾ ਧਿਆਨ ਹੈ ਉਹਨਾਂ ਮੈਸੇਜਾਂ ਵੱਲ ਜਿਹੜੇ ਆ ਰਹੇ ਨੇ, ਜਦ ਕਿ ਉਹ ਰੂਟੀਨ ਦੇ ਆਮ ਮੈਸੇਜ ਨੇ, ਕਿਉਂ ਜੀ। ਲੇਕਿਨ ਜਿਹੜੇ ਮੈਸੇਜ ਨੂੰ ਮਿਸ ਕਰ ਰਿਹਾ ਉਹ ਜ਼ਿੰਦਗੀ ਦਾ ਮੈਸੇਜ ਹੈ ਔਰ ਖਾਸ ਮੈਸੇਜ ਹੈ, ਉਹਨੂੰ ਉਹ ਮਿਸ ਕਰੀ ਜਾ ਰਿਹਾ ਤੇ ਇਹਨੂੰ ਉਹ ਜਿਹੜਾ ਨਾ ਚਰਚ ਵਿੱਚ ਬਹਿ ਕੇ ਤਰਜੀਹ ਦੇ ਰਿਹਾ। ਕਿਆ ਇਨਸਲਟ ਨਹੀਂ ਖੁਦਾ ਦੀ ਜੋ ਅਸੀਂ ਕਰ ਰਹੇ ਹਾਂ? ਖੁਦਾ ਮਤਲਬ ਫਿਰ ਉਹਨਾਂ ਨੂੰ ਉਸ ਤਰ੍ਹਾਂ ਨਹੀਂ ਡੀਲ ਕਰਦਾ ਜਿਸ ਤਰ੍ਹਾਂ ਖੁਦਾ ਉਹਨਾਂ ਨੂੰ ਡੀਲ ਕਰਨਾ ਚਾਹੁੰਦਾ ਹੈ। ਇਸ ਲਈ ਅਗਰ ਅਸੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ ਤੇ ਸਾਨੂੰ ਆਪਣੇ ਅਹਿਦ ਦੀ ਤਜਦੀਦ ਕਰਨ ਦੀ ਲੋੜ ਹੈ। ਅਸੀਂ ਆਪਣੇ ਆਪ ਨੂੰ ਖੁਦਾ ਦੇ ਕਲਾਮ ਦੇ ਵਿੱਚ ਰੱਖ ਕੇ ਦੇਖੀਏ ਕਿ ਕਿਆ ਮੈਂ ਦੂਸਰਿਆਂ ਦੇ ਬਾਰੇ 'ਚ ਅਗਰ ਇਹ ਗੱਲ ਕਰ ਰਿਹਾ, ਕਿਆ ਮੇਰੀ ਆਪਣੀ ਜ਼ਿੰਦਗੀ ਖੁਦਾਵੰਦ ਦੇ ਨਾਲ ਐਸੀ ਹੈ? ਮੈਂ ਕਹਿ ਸਕਣਾ ਕਿ ਮੈਂ ਆਪਣਾ ਦਿਲ ਖੁਦਾਵੰਦ ਨੂੰ ਦਿੱਤਾ, ਮੈਂ ਕਹਿ ਸਕਣਾ ਕਿ ਮੇਰੀ ਜ਼ਿੰਦਗੀ ਦਾ ਬਾਦਸ਼ਾਹ ਮੇਰਾ ਖੁਦਾਵੰਦ ਹੈ, ਯਿਸੂ ਹੈ। ਅਗਰ ਉਹ ਨਹੀਂ ਹੈ ਤੇ ਫਿਰ ਸਾਨੂੰ ਅੱਜ ਸੋਚਣ ਦੀ ਜ਼ਰੂਰਤ, ਅਸੀਂ ਆਪਣੇ ਆਪ ਨੂੰ ਖੁਦਾਵੰਦ ਦੇ ਨਾਲ ਜੋੜੀਏ। ਔਰ ਅਗਰ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ, ਸਾਡੀ ਜ਼ਿੰਦਗੀ ਇੰਝ ਗੁਜ਼ਰ ਜਾਏਗੀ। ਜ਼ਿੰਦਗੀ ਖਿਆਲ ਦੀ ਤਰ੍ਹਾਂ ਗੁਜ਼ਰ ਜਾਂਦੀ ਹੈ। ਇਹ ਕਲਾਮ 'ਚ ਲਿਖਿਆ। ਤੁਸੀਂ ਕਿਸੇ ਵਡੇਰੇ ਬੰਦੇ ਨੂੰ 80 ਸਾਲ ਦੇ 90 ਸਾਲ ਦੇ ਬੰਦੇ ਨੂੰ ਪੁੱਛ ਲਓ, ਹਾਂਜੀ, ਉਹ ਕਹਿੰਦਾ ਯਾਰ ਪਤਾ ਹੀ ਨਹੀਂ ਲੱਗਾ, ਇੰਝ ਮੈਂ ਬਾਲ ਸਾਂ, ਇੰਝ ਮੈਂ ਵੱਡਾ ਹੋਇਆ, ਸ਼ਾਦੀ ਹੋਈ, ਬੱਚੇ ਵੀ ਆਏ ਤੇ ਬਸ ਮੇਰੀ ਉਮਰ ਹੋ ਗਈ, ਪਤਾ ਹੀ ਨਹੀਂ ਲੱਗਦਾ। ਖਿਆਲ ਦੀ ਤਰ੍ਹਾਂ ਜ਼ਿੰਦਗੀ ਗੁਜ਼ਰ ਜਾਂਦੀ। ਲੇਕਿਨ ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ ਮੁਹਤਾਤ ਹੋ ਕੇ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਉਹਨਾਂ ਦੀ ਜ਼ਿੰਦਗੀ ਤੋਂ ਖੁਦਾ ਦਾ ਜਲਾਲ ਜ਼ਾਹਿਰ ਹੁੰਦਾ। 50-50 ਲੋਕਾਂ ਨੂੰ ਖੁਦਾ ਨੇ ਕਦੀ ਇਸਤੇਮਾਲ ਨਹੀਂ ਕੀਤਾ, ਔਰ ਅਗਰ ਕੀਤਾ ਵੀ ਹੈ ਤੇ ਉਹ ਉਸ ਤਰ੍ਹਾਂ ਇਸਤੇਮਾਲ ਨਹੀਂ ਹੋ ਸਕੇ ਜਿਸ ਤਰ੍ਹਾਂ ਖੁਦਾ ਉਹਨਾਂ ਨੂੰ ਇਸਤੇਮਾਲ ਕਰਨਾ ਚਾਹੁੰਦਾ। ਜਿਹੜੀ ਤੁਸੀਂ ਬਾਇਓਗ੍ਰਾਫੀ ਪੜ੍ਹ ਰਹੇ ਹੋ ਬਖਤ ਸਿੰਘ ਦੀ, ਕੀ ਉਸ ਬੰਦੇ ਦੀ ਲਾਈਫ ਹੈ? ਇੰਜੀਨੀਅਰ ਹੈ, ਪੜ੍ਹਾ ਲਿਖਾ ਆਦਮੀ ਹੈ, ਲੇਕਿਨ ਉਹ ਗਰੀਬ ਗੁਰਬਾ ਲੋਕਾਂ 'ਚ ਬੈਠ ਰਿਹਾ ਹੈ, ਇੰਜੀਨੀਅਰਿੰਗ ਛੱਡ ਕੇ ਖੁਦਾ ਦੀ ਖਿਦਮਤ ਵੱਲ ਆ ਗਿਆ ਔਰ ਉਹਨੂੰ ਖੁਦਾ ਨੇ ਬੜੀ ਕੁਦਰਤ ਨਾਲ ਇਸਤੇਮਾਲ। ਅੱਜ ਮੈਂ ਇੱਥੇ ਪਹੁੰਚਿਆ ਸੀ ਤੇ ਉਹ ਜਦੋਂ ਆਉਂਦਾ ਨਾ ਇੱਥੇ ਇੱਕ ਇਲਾਕੇ ਦੇ ਵਿੱਚ, ਜਦੋਂ ਸਟੇਸ਼ਨ ਤੇ ਲੋਕ ਸਟੇਸ਼ਨ ਤੇ ਉਤਰਦਾ, ਹਾਂ, ਲੋਕ ਉਹਦਾ ਹਾਲੇ ਕਿ ਉੱਥੇ ਉਹ ਚਾਹੁੰਦਾ ਵੀ ਨਹੀਂ, ਉਹ ਵੀ ਅੱਗੇ ਜਾ ਰਿਹਾ ਹੁੰਦਾ 4 ਘੰਟੇ ਵਾਸਤੇ, ਤੇ ਉੱਥੇ 2-3 ਮਹੀਨੇ ਹੀ ਲੱਗ ਗਏ। ਉਹ ਉੱਥੇ ਮੈਂ ਪਹੁੰਚਿਆ ਤੇ ਉਹ ਬੰਦੇ ਦੀ ਖਿਦਮਤ ਕੈਸੇ ਲੋਕ। ਮਕਸਦ ਹੈ ਕਿ ਉਹ ਬੰਦੇ ਨੇ ਆਪਣੀ ਜ਼ਿੰਦਗੀ ਖੁਦਾਵੰਦ ਨੂੰ ਦਿੱਤੀ ਤੇ ਉਹਨੂੰ ਖੁਦਾ ਚਲਾ ਰਿਹਾ, ਇੱਥੋਂ ਉੱਠ ਫਲਾਣੀ ਜਗ੍ਹਾ ਤੇ ਜਾ। ਲੇਕਿਨ ਜਦੋਂ ਅਸੀਂ ਖੁਦਾ ਨੂੰ ਆਪਣੇ ਮਕਸਦ ਲਈ ਇਸਤੇਮਾਲ ਕਰਦੇ, ਜਿਵੇਂ ਉਹਨੂੰ ਸੈਮੂਅਲ ਨੂੰ ਉਹਨੇ ਕਿਹਾ ਨਾ ਕਿ ਜਦੋਂ ਹੁਣ ਤੈਨੂੰ ਆਵਾਜ਼ ਆਏ ਤਾਂ ਤੂੰ ਕਹੀ ਖੁਦਾਵੰਦ ਤੇਰਾ ਬੰਦਾ ਸੁਣਦਾ, ਫਰਮਾ। ਤੇ ਮੈਂ ਉੱਥੇ ਕਹਿ ਰਿਹਾ ਸਾਂ ਫੈਸਲਾਬਾਦ 'ਚ ਕਿ ਅਸੀਂ ਕਹਿੰਦੇ ਹਾਂ ਕਿ ਖੁਦਾਵੰਦ ਤੇਰਾ ਬੰਦਾ ਬੋਲ ਰਿਹਾ, ਤੂੰ ਸੁਣ। ਅਸੀਂ ਆਪੋਜ਼ਿਟ ਕਰ ਦਿੱਤੀ ਗੱਲ। ਅਸੀਂ ਇਹ ਨਹੀਂ ਕਹਿੰਦੇ ਖੁਦਾਵੰਦ ਫਰਮਾ ਤੇਰਾ ਬੰਦਾ ਸੁਣਦਾ, ਅਸੀਂ ਕਹਿੰਦੇ ਹਾਂ ਖੁਦਾਵੰਦ ਤੇਰਾ ਬੰਦਾ ਫਰਮਾ ਰਿਹਾ ਤੇ ਤੂੰ ਸੁਣ। ਤੇ ਕੰਮ ਤੇ ਉਲਟ ਹੋ ਗਿਆ। ਖੁਦਾ ਨੇ ਤਾਂ ਸਾਡੇ ਕੋਲ ਡਿਕਟੇਸ਼ਨ ਨਹੀਂ ਨਾ ਲੈਣੀ, ਖੁਦਾ ਸਾਡੇ ਕੋਲ ਡਿਕਟੇਸ਼ਨ ਨਹੀਂ ਲਏਗਾ, ਅਸੀਂ ਖੁਦਾ ਕੋਲ ਡਿਕਟੇਸ਼ਨ ਲੈਣੀ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਨੂੰ ਖੁਦਾਵੰਦ ਦੇ ਕਲਾਮ ਲਈ ਖਾਲੀ ਕਰੀਏ ਔਰ ਖੁਦਾਵੰਦ ਨੂੰ ਕਹੀਏ ਕਿ ਖੁਦਾਵੰਦ ਤੂੰ ਸਾਡੀ ਜ਼ਿੰਦਗੀ ਦਾ ਬਾਦਸ਼ਾਹ ਹੋ, ਆਪਣੀ ਜ਼ਿੰਦਗੀ ਸਰੈਂਡਰ ਕਰੀਏ ਉਹਦੇ ਤੋਂ। ਆਓ ਅਸੀਂ ਦੁਆ ਕਰੀਏ।